भगत खुशंबी नूरे अरसों पुरसों चटिया तुझ डिठे सच्चे पातशाह मल जन्म जन्म दी कटिया सज्जन सच्चा पातशाह सिर शाह जिस पास बैठे सोई है सपना सतनाम वाहेगुरु साहिब जीओ सलोक चरण कमल बिरहं खुजंत बैरागी दह दिसह त्यागंत कपट रूप माया नानक आनंद रूप साध संगम है चरण कमल बिरहं खुजंत बैरागी दह दिसह त्यागंत कपट रूप माया नानक आनंद रूप साध संगम है मन साई मुख उचरा वत्ता हब्बे लो नानक हब अडंबर कूड़िया सुन जीवा सच्ची सोए पौड़ी बस्ता टूटी झोंपड़ी चीर सब छिना जात न पत न आदर उद्यान प्रवीना मित्र न इठ धन रूपहीन किस साख न सिना राजा सगली सृष्टि का हर नाम मन भिन्ना तिसकी धूड़ मन उदरै प्रभ होए सो प्रसन्ना राजा सगली सृष्टि का हर नाम मन भिन्ना तिसकी धूड़ मन उदरै प्रभ होए सो प्रसन्ना वाहिगुरु जी का खालसा वाहिगुरु जी की फतेह। दीन दुनिया के मालिक वालिए दो जहान साहिब श्री गुरु ग्रंथ साहिब महाराज जी की गोद अंदर सज बैठे गुरु प्यारे सत्संगियों, गुरु साहब जी ने अपनी कृपा की है, अपनी रहमत की है। जो गुरु साहब की रहमत सदका गुरु साहब जी के चरण ते गुरु प्यारी साध संगत के चरण इस ग्रह विखे पे ने। आप जी ने जैसरी वार अंदर धन गुरु पंजवें पातशाह महाराज जी जिन्हां की वार है 22 वारां चों 9 वारां धुनां अंदर ने, बाकी सिंपल ने ਜਿਹੜੀਆਂ ਧੁन तो बाहर ने। ये जैसरी की वार भी धुन तो बाहर है। धन गुरु पंजवें पातशाह महाराज जी ने इस हुक्मनामे अंदर सानू समझाउणा कीता है कि जी सारी सृष्टि का भावें तू राजा बन जा, जितने मर्जी तेरे कोल साख संबंध होण, दुनियावी तेरे कोल सुख होण, ये सुख इस संसार दीयां खुशियां
ਇਹ ਤਦ ਮੁਬਾਰਕ ਨੇ ਜੇ ਗੁਰੂ ਨਾਨਕ ਦੀ ਸੰਗਤ ਦੇ ਚਰਨਾਂ ਨੂੰ ਤੂੰ ਪਰਸਦਾ ਹੈ। ਜੇ ਤੂੰ ਗੁਰੂ ਸਾਹਿਬ ਦੀ ਸੰਗਤ ਦੇ ਚਰਨਾਂ ਵੱਲ ਆਪਣਾ ਧਿਆਨ ਰੱਖਣਾ, ਕਿਉਂਕਿ ਸੰਸਾਰ ਦੇ ਸੁੱਖ ਮਿਲਦੇ ਜ਼ਰੂਰ ਨੇ, ਪਰ ਇਹਨਾਂ ਸੁੱਖ ਅੰਦਰ ਸਾਡੀ ਯਾਦ ਵੀ ਨਿਰੰਕਾਰ ਨਾਲ ਬਣੀ ਰਹਿਣੀ ਚਾਹੀਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਜੇ ਸੁਖ ਮਿਲ ਗਿਆ ਫਿਰ ਵੀ ਉਹਦੀ ਯਾਦ ਨਾ ਵਿਸਰੇ, ਜੇ ਕਿਤੇ ਸੁਖ ਵਿੱਚ ਦੁੱਖ ਆ ਮਿਲਿਆ ਫਿਰ ਵੀ ਉਹਦੀ ਯਾਦ ਨਾ ਟੁੱਟੇ, ਤੇ ਜੇ ਭੁੱਖ ਸੰਸਾਰ ਵਿੱਚ ਰਹਿੰਦਿਆਂ ਕਿਤੇ ਗਰੀਬੀ ਆ ਗਈ ਫਿਰ ਵੀ ਉਹਦੇ ਨਾਲੋਂ ਟੁੱਟਿਆ ਨਾ ਜਾਏ। ਦੇਖੋ, ਇਹ ਸਰੀਰਕ ਬਸਤਰ ਹੁੰਦੇ ਨੇ, ਦੁੱਖ ਆਉਣਾ ਸੁੱਖ ਆਉਣਾ, ਇਹ ਬਸਤਰ ਨੇ ਮਨੁੱਖ ਵਾਸਤੇ। ਤੇ ਜੇ ਸੰਸਾਰ ਦੀ ਗਰੀਬੀ ਆ ਗਈ, ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਰਹਿ ਕੇ ਵੀ ਤੂੰ ਰਾਜਾ ਬਣਿਆ ਰਵੇਂ। ਸੰਸਾਰ ਦਾ ਕਿਉਂਕਿ ਨਿਯਮ ਹੈ, ਬਾਹਰੀ ਤੌਰ ਤੇ ਗਰੀਬੀ ਵੀ ਹੈ, ਅੰਤਰੀ ਹਿਰਦੇ ਚ ਅੰਦਰਲੀ ਗਰੀਬੀ ਹੈ। ਬਾਹਰੀ ਤੌਰ ਤੇ ਅਮੀਰੀ ਹੈ ਤੇ ਅੰਦਰ ਵੀ ਅਮੀਰੀ ਚਾਹੀਦੀ ਹੈ। ਜੇ ਬਾਹਰ ਪੈਸਾ ਆ ਗਿਆ ਤੇ ਅੰਦਰੋਂ ਅਸੀਂ ਭੁੱਖੇ ਰਹੇ, ਉਹਦਾ ਵੀ ਕੋਈ ਲਾਹਾ ਨਹੀਂ ਹੈ। ਜਿੱਥੇ ਬਾਹਰ ਦੀ ਅਮੀਰੀ ਹੈ, ਸਾਡਾ ਹਿਰਦਾ ਵੀ ਵੱਡਾ ਹੋਣਾ ਚਾਹੀਦਾ ਹੈ, ਸਾਡਾ ਮਨ ਵੀ ਵੱਡਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸੁੱਖ ਪਰਮਾਤਮਾ ਦੀ ਬਖਸ਼ਿਸ਼ ਹੈ, ਇਹ ਸਤਿਗੁਰੂ ਦੀ ਰਹਿਮਤ ਹੈ। ਪਰ ਇੱਥੇ ਪ੍ਰੀਤ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਨਹੀਂ ਕਵਲ ਜਲ ਜਾਣੀ ਹੈ ਖਿੜ ਮੋਹ ਵਖਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸਮਾਲੇ, ਪੀਰ ਮਰੀਦਾਂ ਪਿਰਹੜੀ ਉਹ ਨਿਭੈ ਨਾਲੇ। ਕਹਿੰਦੇ ਚਕੋਰ ਨੂੰ ਪ੍ਰੀਤ ਚੰਦਰਮਾ ਦੇ ਨਾਲ ਹੈ। ਜਦੋਂ ਸ਼ਿਕਾਰੀ ਫੜਦਾ ਹੈ, ਧਰਤੀ ਤੇ ਅੰਗਿਆਰੇ ਵਿਛਾ ਦਿੱਤੇ ਜਾਂਦੇ ਨੇ, ਪਰ ਉਹਦੀ ਪ੍ਰੀਤ ਕਿੱਥੇ ਹੈ? ਚੰਦਰਮਾ ਦੇ ਨਾਲ। ਉਹਨੂੰ ਦੁੱਖ ਦਾ ਵੀ ਨਹੀਂ ਪਤਾ ਲੱਗਦਾ ਕਿ ਮੇਰੇ ਪੈਰਾਂ ਹੇਠ ਅੱਗ ਦੇ ਅੰਗਿਆਰੇ ਨੇ, ਇਹ ਅੱਗ ਦੇ ਅੰਗਿਆਰੇ ਮੇਰੇ ਪੈਰਾਂ ਨੂੰ ਸਾੜ ਦੇਣਗੇ, ਪਰ ਉਹਦੀ ਪ੍ਰੀਤ ਇੰਨੀ ਡੂੰਘੀ ਹੈ, ਭਾਵੇਂ ਇੱਕ ਤਰਫੀ ਹੈ, ਉਹਦੀ ਪ੍ਰੀਤ ਇੰਨੀ ਅੰਤਰੀ ਹਿਰਦੇ ਨਾਲ ਜੁੜ ਗਈ ਹੈ ਕਿ ਉਹਨੂੰ ਅੰਗਿਆਰਿਆਂ ਦੇ ਦੁੱਖ ਦੇਣ ਵਾਲੇ ਪੈਰਾਂ ਨੂੰ ਵੀ ਮਹਿਸੂਸ ਨਹੀਂ ਹੁੰਦਾ ਹੈ। ਭਾਈ ਸਾਹਿਬ ਕਹਿੰਦੇ ਪ੍ਰੀਤ ਦੇਖੋ ਚੱਕਵੀ ਜੀ ਸੂਰਜ ਨਾਲ ਇੱਕਮਿਕ ਹੋ ਗਈ ਹੈ। ਕਹਿੰਦੇ ਕਮਲ ਦਾ ਫੁੱਲ ਤੇ ਜ਼ਰੂਰ ਹੈ, ਪਰ ਖਿੜੇਗਾ ਉਦੋਂ ਜਦੋਂ ਸੂਰਜ ਦੀਆਂ ਕਿਰਨਾਂ ਕਮਲ ਤੇ ਪੈਣਗੀਆਂ, ਉਹਨਾਂ ਚਿਰ ਕਮਲ ਦਾ ਫੁੱਲ ਨਹੀਂ ਖਿੜਦਾ ਹੈ। ਫਿਰ ਭਾਈ ਸਾਹਿਬ ਕਹਿੰਦੇ ਨੇ, ਕਹਿੰਦੇ ਇੱਕ ਮੋਰ ਹੈ, ਉਹ ਤਰਸਦਾ ਹੈ, ਬੱਦਲਾਂ ਨੂੰ ਤਰਸਦਾ ਹੈ, ਕਿਰਪਾ ਕਰ ਮੀਂਹ ਪਵੇ, ਉਹਦੇ ਮਨ ਦੀ ਚਾਹਤ ਹੈ। ਫਿਰ ਮਹਾਰਾਜ ਬਬੀਏ ਦੀ ਉਦਾਹਰਨ ਦਿੰਦੇ ਨੇ ਭਾਈ ਸਾਹਿਬ ਜੀ, ਕਹਿੰਦੇ ਬਬੀਏ ਦੀ ਪ੍ਰੀਤ ਦੇਖੋ, ਸੰਸਾਰ ਤੇ ਕਿੰਨਾ ਪਾਣੀ ਹੈ, 3 ਹਿੱਸੇ ਪਾਣੀ ਧਰਤੀ ਤੇ ਵੱਧ ਹੈ। ਸਾਡੇ ਸਰੀਰ ਵਿੱਚ ਵੀ 3 ਗੁਣਾ ਪਾਣੀ ਜ਼ਿਆਦਾ ਹੈ, ਭਾਵ ਪਾਣੀ ਦੀ ਹੋਂਦ ਬਹੁਤ ਜ਼ਿਆਦਾ ਹੈ, ਕੇਵਲ ਧਰਤੀ 1 ਹਿੱਸਾ ਹੈ, ਪਰ ਉਹਦੀ ਪਿਆਸ ਨਹੀਂ ਬੁਝ ਰਹੀ ਹੈ। ਉਹਦੀ ਪਿਆਸ ਬੁਝਣੀ ਕਿੱਦਾਂ ਹੈ? ਕਿਉਂਕਿ ਉਹਨੂੰ ਸਵੰਤੀ ਬੂੰਦ ਦੀ ਲੋੜ ਹੈ। ਸਵੰਤੀ ਬੂੰਦ ਗਿੱਦੜ ਦੇ ਦਿਮਾਗ ਤੇ ਪੈ ਜੇ ਤੇ ਗਿੱਦੜ ਨੂੰ ਪਾਗਲ ਕਰ ਦਿੰਦੀ ਹੈ। ਸਵੰਤੀ ਬੂੰਦ ਮੀਂਹ ਵਿੱਚ ਡਿੱਗਦੀ ਹੈ, ਬਰਸਾਤ ਵਿੱਚ ਡਿੱਗਦੀ ਧਰਤੀ ਤੇ ਆਉਂਦੀ ਹੈ। ਜੇਕਰ ਸੁੱਕੇ ਰੁੱਖ ਤੇ ਪੈ ਜੇ ਤੇ ਉਹਨੂੰ ਹਰਿਆ ਭਰਿਆ ਕਰ ਦਿੰਦੀ ਹੈ। ਜੇਕਰ ਇਹ ਸਵੰਤੀ ਬੂੰਦ ਬੰਦੇ ਦੇ ਦਿਮਾਗ ਤੇ ਪੈ ਜੇ ਤੇ ਉਹਨੂੰ ਗੁਣੀ ਗਿਆਨੀ ਬਣਾ ਦਿੰਦੀ ਹੈ। ਪਰ ਇੱਥੇ ਮਹਾਰਾਜ ਨੇ ਕਿਹੜੀ ਸਵੰਤੀ ਬੂੰਦ ਦੀ ਗੱਲ ਕੀਤੀ? ਤਾਂਗ ਤੇਰੀ ਬਬੀਏ ਵਰਗੀ ਹੋਏ, ਪਰ ਸਵੰਤੀ ਬੂੰਦ ਸਤਿਗੁਰੂ ਦੀ ਬਾਣੀ ਹੋਵੇ। ਜਿਸ ਦਿਨ ਦੇਖੋ ਪ੍ਰਮਾਤਮਾ ਦਾ ਨਾਮ ਤੇਰੇ ਹਿਰਦੇ ਚੱਲ ਗਿਆ, ਦੇਖੋ 86,400 ਸੈਕਿੰਡ ਨੇ 8 ਪੈਰਾਂ ਦੇ। ਇਹਦੇ ਤੋਂ ਭਾਵ ਪ੍ਰਮਾਤਮਾ ਸਾਨੂੰ ਰੋਜ਼ 8 ਪੈਰ ਵਿੱਚ 86,400 ਸਵਾਸ ਦੇ ਰਿਹਾ ਹੈ। ਹੁਣ ਅਸੀਂ ਇਹ ਦੇਖਣਾ ਹੈ ਕਿ ਸੁੱਖ ਤੇ ਉਹਨੇ ਦੇ ਦਿੱਤੇ, ਪਰ 84,000 ਇੰਨੇ ਸੈਕਿੰਡਾਂ ਦੇ ਅੰਦਰ ਉਹਨੂੰ ਅਸੀਂ ਯਾਦ ਕਦੋਂ ਕੀਤਾ ਹੈ?
ਅਸੀਂ ਤੇ ਇਹ ਦੇਖਣਾ ਹੈ ਨਾ, ਦੇਖੋ ਸਰੀਰ ਮਿਲ ਗਿਆ, ਦੁਨੀਆ ਦੇ ਸੁੱਖ ਮਿਲ ਗਏ, ਇਹ ਬੜੀ ਵੱਡੀ ਗੱਲ ਹੈ। ਨਹੀਂ ਤੇ ਸੰਸਾਰ ਤੇ ਉਹ ਵੀ ਲੋਕ ਨੇ। ਜਲਵਰਗ ਰਿਸ਼ੀ ਨਾ ਦਰਿਆ ਜਮਨਾ ਬੈਠਾ ਸੀ, ਇੱਕ ਬੱਚਾ ਆਇਆ, ਚਿਹਰੇ ਤੋਂ ਪਤਾ ਲੱਗਾ ਬੜਾ ਦੁਖੀ ਹੈ। ਇਹ ਫਕੀਰ ਆਖਣ ਲੱਗਾ ਜਲਵਰਗ ਕਿ ਬੇਟਾ ਦੁਖੀ ਕਿਉਂ ਹੈ? ਕਹਿੰਦਾ ਪ੍ਰਮਾਤਮਾ ਨੇ ਮੈਨੂੰ ਕੁਛ ਨਹੀਂ ਦਿੱਤਾ। ਬਹੁਤਿਆਂ ਦਾ ਗਿਲਾ ਹੀ ਪ੍ਰਮਾਤਮਾ ਤੇ ਹੁੰਦਾ ਹੈ, ਪਰ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ 12 ਮਹਾਂ ਵਿੱਚ ਆਖਦੇ ਨੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇਹ ਦੁਨੀਆ ਦੇ ਸੁੱਖ ਮਿਲਨੇ ਵੀ ਇੱਕ ਬੜੀ ਵੱਡੀ ਬਖਸ਼ਿਸ਼ ਹੈ ਪ੍ਰਮਾਤਮਾ ਦੀ, ਤੇ ਦੁਨੀਆ ਦੇ ਸੁੱਖ ਮਿਲ ਕੇ ਉਹਨਾਂ ਸੁੱਖਾਂ ਦੇ ਅੰਦਰ ਸੁਖੀ ਰਹਿਣਾ, ਇਹ ਉਸ ਤੋਂ ਵੱਡੀ ਬਖਸ਼ਿਸ਼ ਹੈ ਪ੍ਰਮਾਤਮਾ ਦੀ। ਨਹੀਂ ਤੇ ਮਨੁੱਖ ਕੋਲ ਧਨ ਤੇ ਬੜਾ ਹੈ ਪਰ ਹੈ ਦੁਖੀ ਹੈ, ਸੁੱਖ ਤੇ ਬੜੇ ਨੇ ਪਰ ਹੈ ਰੋਂਦਾ ਪਿਆ ਹੈ। ਪਰ ਮਹਾਰਾਜ ਜੀ ਉਹ ਰਿਸ਼ੀ ਆਖਣ ਲੱਗਾ, ਫਕੀਰ ਕਿਉਂ ਦੁਖੀ ਹੈ? ਕਹਿੰਦਾ ਕੁਛ ਨਹੀਂ ਦਿੱਤਾ ਪ੍ਰਮਾਤਮਾ ਨੇ, ਗਿਲਾ ਆ ਗਿਆ। ਕਹਿੰਦੇ ਚਾਹੀਦਾ ਕੀ ਹੈ? ਮਾਇਆ ਚਾਹੀਦੀ ਹੈ ਨਾ। ਕਹਿੰਦੇ ਹਾਂ। ਕਹਿੰਦੇ ਇਸ ਤਰ੍ਹਾਂ ਕਰ, ਆ ਜਿਹੜੇ ਤੈਨੂੰ 2 ਪੈਰ ਦਿੱਤੇ ਹੈ ਨਾ ਖੁਦਾ ਨੇ, ਇਹ ਦੋਵੇਂ ਪੈਰ ਮੈਨੂੰ ਦੇ ਦੇ, ਜਿੰਨੀ ਮਾਇਆ ਚਾਹੀਦੀ ਲੈ ਲੈ। ਕਹਿੰਦਾ ਫਕੀਰ ਜੀ ਕੀ ਗੱਲ ਕਰਦੇ ਹੋ, ਕਿ ਪੈਰ ਦੇ ਦਿੱਤੇ ਤੇ ਚੱਲਣਾ ਕਿੱਦਾਂ? ਕਹਿੰਦੇ ਚੱਲ ਠੀਕ ਹੈ, ਜੇ ਪੈਰ ਨਹੀਂ ਦੇਣੇ ਨੇ ਤੇ 2 ਹੱਥ ਹੀ ਦੇ ਦੇ, ਫਿਰ ਜਿੰਨੀ ਤੂੰ ਆਖੇਗਾ ਮਾਇਆ ਤੈਨੂੰ ਦੇ ਦਾਂਗੇ। ਕਹਿੰਦਾ ਜੇ ਪੈਰ ਦੇ ਦਿੱਤੇ ਤੇ ਪ੍ਰਸ਼ਾਦਾ ਕਿੱਦਾਂ ਛਕਾਂਗਾ ਫਿਰ? ਕਹਿੰਦੇ ਚੱਲ ਜੇ ਹੱਥ ਵੀ ਨਹੀਂ ਦੇਣੇ, ਪੈਰ ਵੀ ਨਹੀਂ ਦੇਣੇ, ਅੱਖਾਂ ਹੀ ਦੇ ਦੇ ਆਪਣੀਆਂ। ਕਹਿੰਦਾ ਫਕੀਰ ਜੀ ਪਾਗਲ ਹੋ, ਅੱਖਾਂ ਦੇ ਦਿੱਤੀਆਂ ਤੇ ਇਹ ਦੁਨਿਆਵੀ ਜੋ ਸੰਸਾਰੀ ਰੰਗ ਨੇ ਇਹ ਕਿੱਦਾਂ ਦੇਖਾਂਗਾ? ਫਕੀਰ ਜਲਵਰਗ ਆਖਣ ਲੱਗਾ, ਉਹ ਮੂਰਖ ਬੰਦੇ, ਤੂੰ ਉਹਦਾ ਸ਼ੁਕਰਾਨਾ ਨਹੀਂ ਕਰਦਾ ਜਿਨੇ ਤੈਨੂੰ ਪੈਰ ਦਿੱਤੇ ਨੇ। ਜਿਨ੍ਹਾਂ ਨੂੰ ਪੈਰ ਨਹੀਂ ਦਿੱਤੇ ਨੇ ਉਹਨਾਂ ਨੂੰ ਪੁੱਛ ਕੇ ਦੇਖ ਧਰਤੀ ਕਿਸ ਤਰ੍ਹਾਂ ਲੱਗਦੀ ਹੈ। ਤੂੰ 2 ਅੱਖਾਂ ਆਖ ਰਿਹਾ ਦੇਣੀਆਂ ਔਖੀਆਂ ਨੇ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਪੈਦਾ ਹੀ ਨੇਤਰਹੀਣ ਕੀਤਾ, ਉਹਨਾਂ ਨੂੰ ਪੁੱਛ ਕੇ ਦੇਖ ਦੁਨੀਆ ਕਿੱਦਾਂ ਕਾਲੇ ਰੰਗ ਦੀ ਦਿਸ ਰਹੀ ਹੈ। ਤੂੰ ਤੇ ਦਿੱਤਿਆਂ ਤੋਂ ਸ਼ੁਕਰਾਨਾ ਨਹੀਂ ਕਰਦਾ ਹੈ। ਸਾਡਾ ਫਰਜ਼ ਬਣਦਾ ਹੈ ਜਿਹੜੇ ਸਾਨੂੰ ਸਵਾਸ ਦਿੱਤੇ ਨੇ ਪ੍ਰਮਾਤਮਾ ਨੇ, ਸ਼ੁਕਰਾਨਾ ਕਰੀਏ ਉਹਦੇ ਦਿੱਤਿਆਂ ਚੋਂ। ਉਹ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਨ ਦੁਆਰਾ ਪ੍ਰਮਾਤਮਾ ਨੂੰ ਯਾਦ ਕਰੀਏ ਤੇ ਪ੍ਰੀਤ ਇਸ ਤਰ੍ਹਾਂ ਦੀ ਹੋਏ ਜਿਵੇਂ ਬਬੀਆ ਸਵੰਤੀ ਬੂੰਦ ਨੂੰ ਤਰਸਦਾ। ਭਾਈ ਸਾਹਿਬ ਕਹਿੰਦੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਕਹਿੰਦੇ ਇੱਕ ਪਤਨੀ ਦੀ ਜਿਹੜੀ ਪ੍ਰੀਤ ਹੈ ਉਹ ਪਤੀ ਨਾਲ ਹੁੰਦੀ ਹੈ, ਭਾਵੇਂ ਉਹ ਪੇਕਿਆਂ ਦੇ ਘਰ ਆਪਣੀ ਮਾਂ ਨੂੰ, ਆਪਣੇ ਪਿਤਾ ਨੂੰ, ਕਈ ਸਾਕ ਸੰਬੰਧੀ ਨੇ ਉਹਦੇ ਨਾਲ, ਪਰ ਉਹਦੀ ਪ੍ਰੀਤ ਭਲਾ ਕਿੱਥੇ ਹੈ? ਸਭ ਤੋਂ ਜ਼ਿਆਦਾ ਪਤੀ ਦੇ ਨਾਲ ਹੈ। ਫਿਰ ਉਹਨੂੰ ਉਹਦਾ ਦੁੱਖ ਸੁੱਖ ਚੰਗਾ ਲੱਗਦਾ ਹੈ, ਉਹਦੀ ਭਾਗੀਵਾਲ ਬਣ ਜਾਂਦੀ ਹੈ। ਭਾਈ ਸਾਹਿਬ ਕਹਿੰਦੇ ਇੱਕ ਦਿਨ ਪ੍ਰੀਤ ਪਤੀ ਦੇ ਨਾਲ ਸੀ, ਜਿੱਦਣ ਉਹਦੀ ਕੁੱਖ ਤੋਂ ਬਾਲ ਬੱਚੀ ਜਨਮ ਲੈ ਲੈਂਦੀ ਹੈ। ਸੱਚ ਜਾਣਿਓ ਪਤੀ ਨਾਲੋਂ ਵੀ ਵੱਧ ਪ੍ਰੀਤ ਉਹ ਆਪਣੇ ਬੱਚੇ ਨਾਲ ਕਰਨ ਲੱਗ ਪੈਂਦੀ ਹੈ। ਭਾਈ ਸਾਹਿਬ ਕਹਿੰਦੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮਰੀਦਾਂ ਪਿਰਹੜੀ ਉਹ ਨਿਭੈ ਨਾ। ਕਹਿੰਦੇ ਰੱਬ ਦੇ ਪਿਆਰਿਆਂ ਦੀ ਪ੍ਰੀਤ ਇਸ ਤਰ੍ਹਾਂ ਦੀ ਹੁੰਦੀ ਹੈ, ਤੇ ਜਦੋਂ ਫਿਰ ਨਿਭ ਜਾਂਦੀ ਹੈ ਫਿਰ ਸੰਸਾਰ ਅੰਦਰ ਜੋ ਰਚਨਾ ਤੋਂ ਕਹਿੰਦੇ ਨੇ ਉਹ ਪੂਰਾ ਹੋ ਜਾਂਦਾ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਜੇ ਪ੍ਰਮਾਤਮਾ ਨੇ ਸਾਨੂੰ ਸੁੱਖ ਦਿੱਤੇ ਨੇ, ਉਹਦੇ ਦਿੱਤਿਆਂ ਚੋਂ ਦੇਖਿਓ ਕਦੀ ਵੀ ਆਪਣੇ ਆਪ ਨੂੰ ਦਾਨੀ ਨਹੀਂ ਕਹਿ ਕਿ ਅਸੀਂ ਦਾਨ ਕਰ ਰਹੇ ਹਾਂ। ਅਸੀਂ ਭਿਖਾਰੀ ਹਾਂ ਵਾਹਿਗੁਰੂ ਦੇ ਘਰ ਦੇ, ਤੇ ਭਿਖਾਰੀ ਬਣ ਕੇ ਰਹਿਣਾ। ਇਹ ਨਹੀਂ 1000 ਰੁਪਏ ਦੀ ਚੀਜ਼ ਚਾੜ ਕੇ ਉੱਪਰ ਦਾਨੀ ਲਿਖ ਦਿੱਤਾ ਜੀ ਮੈਂ ਦਾਨ ਕਰਦਾ ਵਾਂ। ਲੋਕ ਕੋਈ ਵਸਤੂ ਚਾੜਦੇ ਨੇ, ਆਪਣਾ ਨਾਮ ਲਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਨਹੀਂ, ਪਰਮਾਤਮਾ ਸਦਾ ਦਾਤਾ ਜੀ, ਅਸੀਂ ਕੇਵਲ ਮੰਗਣ ਵਾਲੇ ਭਿਖਾਰੀ ਹਾਂ। ਇਸ ਕਰਕੇ ਭਿਖਾਰੀ ਬਣ ਕੇ ਰਹੋ, ਫਿਰ ਸੰਸਾਰ ਦੇ ਸਾਰੇ ਸੁੱਖ ਕੋ ਵਾਹਿਗੁਰੂ ਪਰਮਾਤਮਾ ਸਾਡੀ ਝੋਲੀ ਚ ਪਾਏ। ਸ਼ੁਕਰਾਨੇ ਤੌਰ ਤੇ ਜੋ ਬੱਚਿਆਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਕਿ ਮਹਾਰਾਜ ਜੀ ਆਪ ਜੀ ਦਾ ਲੱਖ ਲੱਖ ਧੰਨਵਾਦ ਹੈ ਜੋ ਸਾਨੂੰ ਤੁਸੀਂ ਕਾਮਯਾਬ ਕੀਤਾ ਹੈ। ਇਹ ਕਿਹੜੀ ਬਖਸ਼ਿਸ਼ ਹੈ, ਕਿਉਂਕਿ ਪਿਓ ਦੇ ਸਿਰ ਤੇ ਉਡਾਰੀਆਂ ਤੇ ਬੜੀਆਂ ਹੁੰਦੀਆਂ ਨੇ, ਪਰ ਜਿਸ ਦਿਨ ਆਪ ਕਮਾਈਦਾ, ਆਪ ਮਿਹਨਤਾਂ ਕਰੀਦੀਆਂ, ਫਿਰ ਇਹ ਚੀਜ਼ ਦਾ ਪਤਾ ਲੱਗਦਾ ਹੈ ਕਿ ਪਿਓ ਸਾਡੇ ਵਾਸਤੇ ਕਿੰਨੀ ਮਿਹਨਤ ਕਰਦਾ। ਸਾਨੂੰ 2 ਚੀਜ਼ ਪਾਲਣੇ ਕਿੰਨੇ ਔਖੇ ਲੱਗਦੇ ਨੇ, ਪਰ ਪਿਤਾ ਦੀ ਜ਼ਿੰਮੇਵਾਰੀ ਕਿੱਡੀ ਹੁੰਦੀ ਹੈ। ਪਰ ਇਹ ਲਾਇਕ ਬੱਚੇ ਦੇਖੋ, ਇੱਕ ਪੁੱਤਰ ਹੁੰਦੇ ਨੇ, ਇੱਕ ਸੁਪੁੱਤਰ ਹੁੰਦੇ ਨੇ, ਇੱਕ ਕਪੁੱਤਰ ਹੁੰਦੇ ਨੇ।
ਪੁੱਤਰ ਉਹ ਨੇ ਜਿਹੜਾ ਨਾਮ ਬਰਾਬਰ ਜਿਹਾ ਰੱਖ ਲੈਂਦੇ ਨੇ, ਨਾ ਮਿਟਣ ਦਿੰਦੇ ਨੇ ਤੇ ਬਹੁਤਾ ਰੋਸ਼ਨ ਵੀ ਨਹੀਂ ਹੋਣ ਦਿੰਦੇ ਨੇ। ਇੱਕ ਕਪੁੱਤਰ ਹੁੰਦੇ ਨੇ ਕਿ ਜਿਹੜੇ ਮਾਂ ਪਿਓ ਨੂੰ ਜਿਉਂਦਿਆਂ ਹੀ ਮਰਿਆਂ ਦੇ ਬਰਾਬਰ ਕਰ ਦਿੰਦੇ ਨੇ। ਇੱਕ ਸੁਪੁੱਤਰ ਹੁੰਦੇ ਨੇ ਜਿਹੜੇ ਮਾਂ ਪਿਓ ਦੁਨੀਆ ਤੋਂ ਵੀ ਚਲੇ ਜਾਣ ਤੇ ਉਹਨਾਂ ਨੂੰ ਅਮਰ ਰੱਖਦੇ ਨੇ, ਉਹ ਸੁਪੁੱਤਰ ਹੁੰਦੇ ਨੇ। ਪਰ ਸੁਪੁੱਤਰ ਬਣ ਕੇ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣੀ, ਇਹ ਸਤਿਗੁਰੂ ਦੀ ਰਹਿਮਤ ਹੈ। ਜਦੋਂ ਬਹਾਦਰ ਸ਼ਾਹ ਦੇਖਦਾ ਸੀ ਨਾ, ਬਸ 5-6 ਮਿੰਟ ਧਿਆਨ ਦਿਓ ਮਾੜਾ ਜਿਹਾ, ਜਦੋਂ ਬਹਾਦਰ ਸ਼ਾਹ ਨੂੰ ਸਤਿਗੁਰੂ ਦੇਖਦੇ ਸੀ ਨਾ 10ਵੇਂ ਪਾਤਸ਼ਾਹ ਮਹਾਰਾਜ ਜੀ, ਤੇ ਸਤਿਗੁਰੂ ਗੁਰੂ ਰਾਮਦਾਸ ਨੂੰ ਯਾਦ ਕਰਦੇ ਸੀ। ਹੁਣ ਦੁਨੀਆ ਦਾ, ਹਿੰਦੁਸਤਾਨ ਦਾ ਸਮਰਾਟ ਬਾਦਸ਼ਾਹ, ਸਤਿਗੁਰੂ ਨੇ ਜਦੋਂ ਦੇਖਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਉੱਚੀ ਸਾਰੀ ਕਹਿਣਾ ਧੰਨ ਗੁਰੂ ਰਾਮਦਾਸ। ਇੱਕ ਦਿਨ ਬਹਾਦਰ ਸ਼ਾਹ ਖਲੋ ਗਿਆ ਸੰਗਤ ਵਿੱਚ, ਮਹਾਰਾਜ ਜੀ ਇੰਨੀ ਸੰਗਤ ਮਿਲਦੀ ਹੈ ਤੁਹਾਨੂੰ, ਚਲੋ ਠੀਕ ਹੈ ਤੁਹਾਡੀ ਕਿਰਪਾ ਨਾਲ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ, ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਜਦੋਂ ਮੈਨੂੰ ਤੱਕਦੇ ਹੋ ਗੁਰੂ ਰਾਮਦਾਸ ਨੂੰ ਕਿਉਂ ਚੇਤੇ ਕਰਦੇ ਹੋ। ਕਹਿੰਦੇ ਬੈਠ ਜਾ, ਤੈਨੂੰ ਇੱਕ ਨਾ ਸਾਖੀ ਸੁਣਾਉਂਦੇ ਆ ਗੁਰੂ ਰਾਮਦਾਸ ਦੇ ਸਮੇਂ ਦੀ। ਸੰਗਤ ਇੱਕਮਿਕ ਹੋ ਗਈ, ਬਹਾਦਰ ਸ਼ਾਹ ਵੀ ਹੱਥ ਜੋੜ ਕੇ ਖਲੋ ਗਿਆ। ਕਹਿੰਦੇ ਜੇ ਸਰੋਵਰ ਦੀ ਖੁਦਵਾਈ ਸ਼ੁਰੂ ਕਰਨੀ ਸੀ, ਕਿਉਂਕਿ ਟੱਕ ਲੱਗਾ ਸੀ, ਮਹਾਰਾਜ ਜੀ ਫਿਰ ਛੇਤੀ ਜੋਤੀ ਜੋ ਸਮਾ ਗਏ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਤਿਗੁਰੂ ਸਾਖੀ ਸੁਣਾ ਰਹੇ ਨੇ ਗੁਰੂ ਰਾਮਦਾਸ ਦੀ। ਕਹਿੰਦੇ ਬਹਾਦਰ ਸ਼ਾਹ ਸਰੋਵਰ ਦੀ ਸੇਵਾ ਹੋ ਰਹੀ ਸੀ। ਇਤਿਹਾਸਕਾਰਾਂ ਤੇ ਲਿਖਿਆ ਗੋਇੰਦਵਾਲ ਸਾਹਿਬ ਦੀ ਸੇਵਾ, ਕੁਝ ਇਤਿਹਾਸਕਾਰਾਂ ਲਿਖਿਆ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੀ ਸੇਵਾ ਸੀ। ਕਹਿੰਦੇ ਉਸ ਸਮੇਂ ਇੱਕ ਘੁਮਿਆਰ ਸੀ, ਬੜੀ ਸੇਵਾ ਉਹਨੇ ਕਰਨੀ, ਪਰ ਸ਼ਾਮ ਨੂੰ ਜਦੋਂ ਸ਼ਾਮ ਪੈਣੀ ਤੇ ਸਤਿਗੁਰੂ 2 ਲਾਈਨਾਂ ਬੰਨ ਲੈਂਦੇ ਸੀ। ਇੱਕ ਹੁੰਦੇ ਸੀ ਨਿਸ਼ਕਾਮੀਏ, ਜਿਹੜੇ ਨਿਸ਼ਕਾਮ ਸੇਵਾ ਕਰਦੇ ਸੀ ਮਾਇਆ ਤੋਂ ਬਿਨਾਂ। ਇੱਕ ਹੁੰਦੇ ਸੀ ਦਿਹਾੜੀ ਲੈਣ ਵਾਲੇ। ਸਤਿਗੁਰੂ ਨੇ ਦੋਵਾਂ ਤੇ ਬਖਸ਼ਿਸ਼ ਕਰਨੀ, ਦਿਹਾੜੀ ਲੈਣ ਵਾਲੇ ਆ ਮਾਇਆ ਲੈ ਲੈਣੀ, ਸਤਿਗੁਰੂ ਨੇ ਉਹਨਾਂ ਤੇ ਵੀ ਰਹਿਮਤ ਕਰਨੀ, ਜਿਹੜੇ ਨਿਸ਼ਕਾਮ ਸੀ ਉਹਨਾਂ ਤੇ ਵੀ ਕਿਰਪਾ ਕਰਨੀ। ਇੱਕ ਦਿਨ ਉਹ ਬਜ਼ੁਰਗ ਆਪਣੀ ਦਿਹਾੜੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ। ਸਤਿਗੁਰੂ ਜੀ ਆਖਣ ਲੱਗੇ, ਬਜ਼ੁਰਗ ਜੀ ਮੈਨੂੰ ਪਤਾ ਹੈ ਤੁਹਾਡੇ ਘਰ 'ਚ ਗਰੀਬੀ ਬੜੀ ਹੈ, ਇਹ ਤੁਸੀਂ ਮਾਇਆ ਖੜੋਗੇ ਨਾ ਫਿਰ ਤੁਹਾਡੇ ਘਰ ਰੋਟੀ ਪੱਕਣੀ ਹੈ, ਤੁਹਾਡਾ ਬੱਚਾ ਵੀ ਦੁਨੀਆ ਤੇ ਨਹੀਂ ਰਿਹਾ, ਤੁਹਾਡੇ ਸਿਰ ਤੇ ਪੁੱਤ ਪੋਤੇ ਦੀ ਨੂੰਹ ਦੀ ਜ਼ਿੰਮੇਵਾਰੀ ਹੈ, ਤੁਸੀਂ ਮਾਇਆ ਰੱਖ ਲਓ। ਬਜ਼ੁਰਗ ਆਖਣ ਲੱਗਾ, ਨਹੀਂ ਸਤਿਗੁਰੂ ਇੱਕ ਦਿਨ ਦੀ ਸੇਵਾ ਪਾ ਲਓ। ਮੈਂ ਆਪਣੀ ਕੰਨੀ ਸੁਣਿਆ ਕਿ ਜੇ ਗੁਰੂ ਨਾਨਕ ਸਾਹਿਬ ਦੇ ਘਰ ਆਪਣੀ ਦਸਵੰਧ ਵਿੱਚੋਂ ਥੋੜੀ ਬਹੁਤੀ ਮਾਇਆ ਵੀ ਰੱਖ ਦਈਏ ਨਾ ਤੇ ਉਹ ਕਈ ਗੁਣਾ ਵੱਧ ਹੋ ਕੇ ਮਿਲਦੀ ਹੈ। ਮਹਾਰਾਜ ਜੀ ਇੱਕ ਦਿਨ ਦੀ ਮਾਇਆ। ਸਤਿਗੁਰੂ ਆਖਣ ਲੱਗੇ, ਨਹੀਂ ਬਜ਼ੁਰਗ ਜੀ ਗਰੀਬੀ ਬੜੀ ਹੈ, ਰੱਖ ਲਓ। ਰੋ ਪਿਆ, ਕਹਿੰਦਾ ਮਹਾਰਾਜ ਜੀ ਮਾਇਆ ਥੋੜੀ ਇਸ ਕਰਕੇ ਨਹੀਂ ਰੱਖਦੇ। ਸਤਿਗੁਰੂ ਨੇ ਘੁੱਟ ਕੇ ਗਲ ਵਕੜੀ ਲੈ ਲਿਆ। ਕਹਿੰਦੇ ਬਜ਼ੁਰਗ ਜੀ ਮੇਰੇ ਤੋਂ ਵੱਧ ਗਰੀਬੀ ਕੀ ਜਾਣਦੇ ਹੋ, ਮੈਨੂੰ ਪੁੱਛ ਕੇ ਵੇਖੋ। ਕੁਝ ਸਾਲਾਂ ਦਾ ਸੀ ਮਾਂ ਚਲੀ ਗਈ, ਕੁਝ ਸਾਲ ਸੀ ਪਿਤਾ ਚਲਿਆ ਗਿਆ, ਮੇਰੇ ਚਾਚੇ ਤਾਇਆਂ ਨੇ ਮੈਨੂੰ ਛੱਡ ਦਿੱਤਾ, ਮੈਨੂੰ ਕੇਵਲ ਸਹਾਰਾ ਮਿਲਿਆ ਤੇ ਗੁਰੂ ਨਾਨਕ ਸਾਹਿਬ ਦੇ ਘਰ ਚੋਂ। ਮੈਨੂੰ ਪੁੱਛ ਕੇ ਦੇਖੋ ਗਰੀਬੀ ਕੀ ਹੁੰਦੀ ਹੈ। ਮਹਾਰਾਜ ਨੇ ਮਾਇਆ ਰੱਖ ਲਈ, ਇੰਨੇ ਟੁੱਟ ਗਏ। ਆਖਣ ਲੱਗੇ, ਜਾਓ ਬਜ਼ੁਰਗ ਜੀ ਨਿਹਾਲ 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 ਹੋ ਜਾਓ। ਜਦੋਂ ਇੰਨੀ ਸਾਖੀ ਸੁਣਾਈ ਨਾ ਤੇ ਮਹਾਰਾਜ ਜੀ ਕਾਂਤ ਵਿੱਚ ਹੋ ਗਏ। 10ਵੇਂ ਪਾਤਸ਼ਾਹ ਅੱਖਾਂ ਖੁੱਲੀਆਂ, ਕਹਿੰਦੇ ਸੁਣੀ ਸਾਖੀ। ਬਹਾਦਰ ਸ਼ਾਹ ਆਖਣ ਲੱਗਾ, ਹਾਂ ਮਹਾਰਾਜ ਚਲੋ ਇਹ ਤੇ ਮੰਨਿਆ ਉਸ ਘੁਮਿਆਰ ਸਿੱਖ ਨੇ ਇੱਕ ਦਿਨ ਦੀ ਸੇਵਾ ਗੁਰੂ ਰਾਮਦਾਸ ਦੇ ਚਰਨਾਂ 'ਚ ਪਾ ਦਿੱਤੀ। ਮੇਰਾ ਪ੍ਰਸ਼ਨ ਹੈ, ਤੁਸੀਂ ਮੈਨੂੰ ਦੇਖਦੇ ਹੋ ਤੇ ਗੁਰੂ ਰਾਮਦਾਸ ਨੂੰ ਚੇਤੇ ਕਰਦੇ ਹੋ, ਕਿਉਂ ਕਰਦੇ ਹੋ? ਸਤਿਗੁਰੂ ਆਖਣ ਲੱਗੇ, ਬਹਾਦਰ ਸ਼ਾਹ ਉਹ ਘੁਮਿਆਰ ਹੋਰ ਕੋਈ ਨਹੀਂ, ਉਸ ਸਮੇਂ ਤੂੰ ਸੀ ਜਿਹੜਾ ਇੱਕ ਇੱਕ ਦਿਹਾੜੀ ਲਾ ਕੇ ਪਰਿਵਾਰ ਪਾਲਦਾ ਸੀ। ਉਹ ਘੁਮਿਆਰ ਹੋਰ ਕੋਈ ਨਹੀਂ, ਉਸ ਸਮੇਂ ਤੂੰ ਸੀ। 3 ਵਾਰੀ ਗੁਰੂ ਰਾਮਦਾਸ ਜੀ ਦੇ ਨਿਹਾਲ ਕਹਿਣ ਨਾਲ ਅੱਜ ਹਿੰਦੁਸਤਾਨ ਦਾ ਸਮਰਾਟ ਬਾਦਸ਼ਾਹ ਬਣ ਗਿਆ। ਗੁਰੂ ਰਾਮਦਾਸ ਜੀ ਦੇ 3 ਵਾਰੀ ਨਿਹਾਲ ਕਹਿਣ ਨਾਲ ਅੱਜ ਦੁਨੀਆ ਦੇ ਤੈਨੂੰ ਸਾਰੇ ਸੁੱਖ ਮਿਲ ਗਏ ਨੇ। ਕਦੀ ਤੇਰੇ ਘਰ ਪ੍ਰਸ਼ਾਦਾ ਨਹੀਂ ਸੀ ਪੱਕਦਾ, ਅੱਜ ਤੇਰੇ ਘਰ ਤੈਨੂੰ ਇਹ ਨਹੀਂ ਪਤਾ ਲੱਗਣਾ ਕਿ ਪ੍ਰਸ਼ਾਦਾ ਸਬਜ਼ੀਆਂ ਕਿਹੜੀਆਂ ਕਿਹੜੀਆਂ ਛਕਣੀਆਂ ਨੇ। ਇਹ ਗੁਰੂ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਸੋ ਬੱਚਿਆਂ ਨੇ ਸ਼ੁਕਰਾਨਾ ਕੀਤਾ ਮਹਾਰਾਜ ਜੀ, ਬੜਾ ਉਪਰਾਲਾ ਹੈ। ਦੇਖੀਦਾ ਜਦੋਂ ਵੀ ਆਉਂਦੇ ਨੇ ਛੋਟੇ 3 ਹੀ ਭਰਾ
ਇਹਨਾਂ ਦੇ ਮਨ 'ਚ ਇੱਕੋ ਹੀ ਤਾਂਘ ਹੁੰਦੀ ਹੈ ਕਿ ਮਹਾਰਾਜ ਕਿਰਪਾ ਕਰੇ ਸਾਡੇ ਘਰ ਗੁਰੂ ਸਾਹਿਬ ਜੀ ਆ ਜਾਵੇ। ਨਹੀਂ ਤੇ ਅਸੀਂ ਸੋਚਦੇ ਰਹਿੰਦੇ ਆ ਮਹਾਰਾਜ ਫਿਰ ਕਿਤੇ ਵਿਆਹ ਕਰਾਂਗੇ ਬੱਚੇ ਦਾ, ਜਾਂ ਕੋਈ ਹੋਰ ਖੁਸ਼ੀ ਦਾ ਕੋਈ ਸਮਾਗਮ ਰੱਖਾਂਗੇ, ਫਿਰ ਤੈਨੂੰ ਸੱਦਾਂਗੇ। ਕਦੀ ਬਿਨਾਂ ਖੁਸ਼ੀਆਂ ਤੋਂ ਸੱਦ ਕੇ ਦੇਖੋ ਤੇ ਆਖੋ ਵਾਹਿਗੁਰੂ ਕਿਤੇ ਤੂੰ ਸਾਡੇ ਘਰ ਆ। ਤੇ ਬੜੇ ਵੱਡੇ ਭਾਗ ਬਣਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣਾ ਫੇਰਾ ਪਾਉਂਦੇ ਨੇ। ਨਹੀਂ ਤੇ ਸਾਰੀ ਜ਼ਿੰਦਗੀ ਲੰਘ ਜਾਵੇ ਗੁਰੂ ਗ੍ਰੰਥ ਸਾਹਿਬ ਨੂੰ ਦੱਸਦੇ ਹੀ ਲੰਘ ਜਾਵੇ। ਸੋ ਇਹ ਸਤਿਗੁਰੂ ਦੀ ਰਹਿਮਤ, ਸਤਿਗੁਰੂ ਕਿਰਪਾ ਕਰਨ, ਗ੍ਰੰਥੀ ਸਿੰਘਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ, ਜਿਨ੍ਹਾਂ ਨੇ ਗੁਰੂ ਸਤਿਗੁਰੂ ਦੀ ਬਾਣੀ ਸਰਵਣ ਕਰਾਈ ਹੈ। ਹਰ ਬਦਾਨੇ ਫਤਿਹ, ਪਰਿਵਾਰ ਵਿੱਚ ਖੁਸ਼ੀਆਂ ਖੇੜੇ, ਸੁਖ ਸ਼ਾਂਤੀ, ਦੇਹ ਰੋਗਤਾ। ਜੋ ਬੱਚੇ ਪ੍ਰਦੇਸ਼ ਨੇ ਉਹਨਾਂ ਤੇ ਵੀ ਸਤਿਗੁਰੂ ਕਿਰਪਾ ਕਰਨ। ਆਉਣ ਵਾਲਾ ਸਮਾਂ ਸਤਿਗੁਰੂ ਜੀ ਜਿੱਥੇ ਨਾਮ ਦੀ ਦਾਤ ਬਖਸ਼ਣ, ਉੱਥੇ ਸੰਸਾਰ ਦੀਆਂ ਖੁਸ਼ੀਆਂ ਖੇੜਿਆਂ ਨਾਲ ਆਪਣੇ ਨਾਲ ਜੋੜ ਕੇ ਰੱਖਣ ਜੀ। ਆਓ ਹੁਣ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਉਪਰੰਤ ਚਾਹ ਦਾ ਲੰਗਰ ਤਿਆਰ ਹੈ। ਸਮੂਹ ਸੰਗਤ ਨੇ ਜਾਣਾ, ਸੋ ਛਕ ਕਰਕੇ ਜਾਣਾ ਜੀ। ਪਹਿਲਾਂ ਕੜਾਹ ਪ੍ਰਸ਼ਾਦ ਦੀ ਦੇਗ, ਉਸ ਤੋਂ ਬਾਅਦ ਸਤਿਗੁਰੂ ਜੀ ਦੇ ਜਮੰਦਰਾਂ ਨੂੰ ਜਾਣਗੇ। ਸਤਿਗੁਰੂ ਨੂੰ ਨਿੱਘੀ ਵਧਾਈ ਦੇ ਕੇ ਫਿਰ ਤੁਸੀਂ ਚਾਹ ਦਾ ਲੰਗਰ ਛਕਿਓ ਜੀ। ਫਤਿਹ ਬੁਲਾਓ, ਖਿਮਾ ਪੁਰਖ ਦੀ ਮਾਫੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।